गलबात जारी है। जलंधर नकोदर रोड ते गहीरा पिंड दे कोल होया हादसा। 13 लोगों की मौत, 12 बच्चे सन। स्कूली बस एक बार फिर हादसे का शिकार बनी। सड़क हादसे हो रहे हैं देश दे विच, लखा जाना हर साल जांदियां ने। सरकारों को ज़्यादा चिंता नजर नहीं आ रही, कोई लामबंदी, कोई लंबा चौड़ा प्लान, कोई रोड मैप नजर नहीं आ रहा। लेकिन साडा अज दा सरोकार रही है भी स्कूली बसां च साडे बच्चे किन्ने सुरक्षित ने। ते ये जिहड़ा हादसा जलंधर विच होया, इहदे लई असीं जिम्मेवारी किसदी तय करिए? सरकारां, एस्टैबलिशमेंट, अथॉरिटीज़, मोटर व्हीकल इंस्पैक्टर, DTOs की इन्हां दी जिम्मेवारी तय हो सकती है? इस मामले की इन्हां नूं सज़ा नहीं मिलनी चाहिए? 2-2 लाख या 1-1 लाख रुपए एक्स ग्रेशिया ग्रांट देण नाल, मुआवजा देण नाल, इमदाद देण नाल किस हद तक इस किस्म दी घटनावां अगे तो नहीं होणगीਆਂ? इत्थे गारंटी ਲਈ ਜਾ ਸਕਦੀ। ਸਾਡੇ ਨਾਲ ਬਲਬੀਰ ਸਿੰਘ ਢੋਲ ਸਾਹਿਬ, ਕਮਲਜੀਤ ਸੋਈ ਸਾਹਿਬ, ਪੁਨੀਤ ਬਾਲੀ ਸਾਹਿਬ ਤੇ ਅਰਵਿੰਦ ਠਾਕੁਰ ਸਾਹਿਬ ਹੈਗੇ ਨੇ। ਠਾਕੁਰ ਸਾਹਿਬ, ਤੁਸੀਂ ਅੱਜ ਦੀ ਘਟਨਾ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਅੱਜ ਦਾ ਇਹ ਹਾਦਸਾ ਹੈ, ਇਹ ਇੱਕ ਮਹਿਜ ਹਾਦਸਾ ਨਹੀਂ ਹੈ, ਇੱਕ ਸੌਰਟ ਆਫ ਜਿਹਨੂੰ ਕਹਿੰਦੇ ਆਪਾਂ ਇੱਕ ਮਰਡਰ ਇਹ ਜਿਹੜਾ ਹੈਗਾ ਬੱਚਿਆਂ ਦਾ ਜਿਹੜਾ ਕੀਤਾ ਗਿਆ ਹੈ। ਔਰ ਜਿਸ ਤਰੀਕੇ ਨਾਲ ਢੋਲ ਸਾਹਿਬ ਨੇ ਗੱਲ ਦੱਸੀ ਹੈ ਵੀ ਇਹ ਥੋੜ੍ਹੇ ਹੀ ਟਾਈਮ ਤੋਂ ਹਲੇ ਚੰਡੀਗੜ੍ਹ ਦੇ ਵਿੱਚ ਹੈਗੇ ਹੈ। ਮੈਂ ਇੱਕ ਇਹਨੂੰ ਦੱਸਣਾ ਚਾਹਾਂਗੀ, 28/11/2012 ਨੂੰ ਅਸੀਂ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਹੋਮ ਸੈਕਟਰੀ ਸਾਹਿਬ ਨੂੰ ਚੰਡੀਗੜ੍ਹ ਦੇ ਨੂੰ, ਜਿਹਦੇ ਵਿੱਚ ਇਹ ਚੀਜ਼ ਅਸੀਂ ਦੱਸੀ ਹੈ ਕਿ ਵੀ ਕਿੰਨੇ ਕੁ ਸਕੂਲਾਂ ਦੇ ਜਿਹੜੇ ਡਰਾਈਵਰ ਜਿਹੜੇ ਕਿੰਨੇ ਕੁ ਉਹ ਟ੍ਰੇਨਡ ਹੈਗੇ ਆ, ਉਹ ਸਾਰਾ ਅਸੀਂ ਡਾਟਾ ਦੱਸਿਆ। ਈਵਨ ਕਿ ਜਿਹੜਾ ਇਹ ਗਾਈਡਲਾਈਨਸ ਆ ਆਨਰੇਬਲ ਸੁਪਰੀਮ ਕੋਰਟ ਦੀ, ਉਹਦੇ ਵਿੱਚ ਕਿਹਾ ਕਿ ਵੀ ਜੇ ਕੋਈ ਸ਼ਰਾਬ ਪੀਂਦਾ ਡਰਾਈਵਰ ਚਲਾਨ ਹੋ ਜਾਵੇ ਜਾਂ ਓਵਰ ਸਪੀਡਿੰਗ ਦੇ ਵਿੱਚ ਜਾਂ ਨੈਗਲੀਜੈਂਟ ਡਰਾਈਵਿੰਗ 'ਚ ਕਿਤੇ ਚਲਾਨ ਉਹਦਾ ਹੋ ਜਾਵੇ, ਉਹ ਦੁਬਾਰਾ ਉਸ ਕੰਮ 'ਤੇ ਨਹੀਂ ਆ ਸਕਦਾ। ਪਰ ਚੰਡੀਗੜ੍ਹ ਦੇ ਵਿੱਚ ਹੀ ਮੈਕਸੀਮਮ ਬੱਸਾਂ ਦੇ ਵਿੱਚ ਚਲਾਨਡ ਡਰਾਈਵਰ ਹੀ ਜਿਹੜੇ ਹੈਗੇ ਆ ਉਹ ਗੱਡੀਆਂ ਚਲਾ ਰਹੇ ਆ। ਸੋ दूसरी गल जी हैगी है कि भी पंजाब दे विच कन्विक्टेड शायद ड्राइवर भी गड्डियां चला रहे हैं। और देखो बेसिकली गल है कि ਜਿਹੜੀ ਚੈੱਕ ਐਂਡ ਕੰਟਰੋਲ ਦੀ ਗੱਲ ਆਉਂਦੀ ਹੈ, ਹੁਣ ਸਕੂਲ ਬੱਸਾਂ ਦੀ ਗੱਲ ਆ ਜਾਂਦੀ ਹੈ ਕਿ ਇਹਦੇ ਵਿੱਚ ਠੀਕ ਹੈ ਸਪੀਡ ਗਵਰਨਰ ਲਾਤੇ, ਪਰ ਜਿਹੜੀ CTU ਦੀ ਬੱਸਾਂ ਜਿਹੜੀਆਂ ਹੈਗੀਆਂ, ਮੇਰੇ ਕੋਲ ਰਿਕਾਰਡ ਹੈ ਆ ਹੁਣ ਪਿਛਲੇ ਸਾਲ ਇਹਨਾਂ 1976 ਮਾਡਲ ਜਿਹੜੀਆਂ ਰਿਵੈਲੀਡੇਟ ਕਰਕੇ ਇਹਨਾਂ ਨੇ ਰੋਡ ਦੇ ਉੱਪਰ ਲਿਆਏ। ਉਹਨਾਂ ਦੇ ਬਾਰੇ ਆਪਾਂ ਕਿਵੇਂ ਗੱਲ ਕਰੀਏ? ਜਿਵੇਂ ਸਕੂਲਾਂ ਦੇ ਬੱਚੇ ਚੰਡੀਗੜ੍ਹ ਨੂੰ ਮਾਡਲ ਲਈਏ, ਕਿਉਂਕਿ ਆਪਾਂ ਸਮਝੀਏ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ ਖਾਸ ਕਰਕੇ ਉਹ ਸਕੂਲ ਜੋ ਪਿੰਡਾਂ ਤੋਂ ਬੱਚਿਆਂ ਨੂੰ ਚੱਕਦੇ ਹੈਗੇ ਨੇ ਜਾਂ ਸ਼ਹਿਰਾਂ ਜਾਂ ਟਾਊਨਸ ਦੇ ਵਿੱਚ ਲਿਜਾਂਦੇ ਹੈਗੇ ਨੇ, ਉਹ ਸਕੂਲ ਮੋਡੈਸਟ ਬਜਟ ਦੇ ਸਕੂਲਸ ਨੇ। ਅਸੀਂ ਉਹਨਾਂ ਦੀ ਆਪਣੀ ਪ੍ਰੋਬਲਮ ਆਰਥਿਕਤਾ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ। ਉਹ ਸਕੂਲ ਚੰਡੀਗੜ੍ਹ ਦੇ ਵਿੱਚ ਆਪਾਂ ਮੈਂ ਚੰਡੀਗੜ੍ਹ ਦੀ ਮੈਂ ਗੱਲ ਕਰ ਰਿਹਾ ਜੀ। CTU ਦੀ ਬੱਸਾਂ ਦੇ ਵਿੱਚ ਸਵੇਰੇ ਸਵੇਰੇ ਸਕੂਲੀ ਬੱਚੇ ਸਫ਼ਰ ਕਰ ਰਹੇ ਹੁੰਦੇ ਆ, ਔਰ ਬੱਸਿਸ ਜਿਹੜੀਆਂ ਹੈਗੀਆਂ ਉਹਨਾਂ ਵਾਸਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਪ੍ਰਾਈਵੇਟ ਸਕੂਲ ਬੱਸਿਸ ਹੈ ਉਹਨਾਂ ਵਾਸਤੇ ਪੈਰਾਮੀਟਰਸ ਹੋਰ ਹੈ। ਜਿਹੜੀ ਸਰਕਾਰੀ ਬੱਸਾਂ ਜਿਹੜੀ ਸਕੂਲੀ ਬੱਚੇ ਢੋਲੀਆਂ ਇਸ਼ੂ ਤੋਂ ਭਟਕ ਰਹੇ, ਮੈਨੂੰ ਲੱਗਦਾ ਆਪਾਂ ਮੇਨ ਪੁਆਇੰਟ ਤੋਂ ਭਟਕ ਰਹੇ ਹਾਂ। ਹੁਣ ਆਪਾਂ ਸਿਰਫ ਇਹੀ ਕਹਿਣਾ ਚਾਹਾਂਗੇ, ਇਹੀ ਦੇਖੋ ਮੇਨ ਬੇਸਿਕ ਕੁਐਸਚਨ ਇਹ ਹੈ ਕਿ ਜਿਹੜੀ ਮੋਨੀਟਰਿੰਗ ਬਾਈ ਸਟੇਟ ਏਜੰਸੀਜ਼ ਹੈ, ਇਟ ਇਜ਼ ਲੈਸਰ ਦੈਨ ਲੈਸ। ਇਹਦੇ ਵਿੱਚ ਜਿਹੜੀਆਂ ਮੋਟੀਵੇਸ਼ਨ ਜਿਹੜੀ ਸਟੇਟ ਏਜੰਸੀ ਦੀ ਚਾਹੀਦੀ ਹੈ, ਪੁਲਿਸ ਅਥਾਰਟੀਜ਼ ਜਿਹੜੀਆਂ ਟ੍ਰੈਫਿਕ ਪੁਲਿਸ ਹੈ, ਜਿਹੜੇ DTOs ਹੈ, MVAs ਹੈ, ਉਹ ਆਪਣੇ ਜਿਹੜੇ ਹੈਗਾ ਰੋਲ ਤੋਂ ਬਿਲਕੁਲ ਪਿੱਛੇ ਹੈ। ਉਹ ਆਪਣਾ ਪ੍ਰੋਪਰ ਰੋਲ ਨਹੀਂ ਪਲੇ ਕਰ ਰਹੇ, ਔਰ ਇਹ ਅੱਜ ਦਾ ਜਿਹੜਾ ਹਾਦਸਾ ਹੈ ਇਹ ਉਹਦਾ ਹੀ ਕਾਰਨ ਹੈ। ਕਿਉਂਕਿ ਇਹਦੇ ਵਿੱਚ ਜਿਹੜੀ ਹੈਗੀ ਹੈ ਬੇਸਿਕ ਜਿਹੜੀ ਟਰਾਂਸਪੋਰਟ ਲੌਬੀਜ਼ ਹੈ ਪੋਲੀਟੀਕਲੀ ਜਿਹੜੀ ਸਪੋਰਟਡ ਹੈਗੀਆਂ, ਔਰ ਪੋਲੀਟੀਕਲ ਮੋਟੀਵੇਸ਼ਨ ਜਿਹੜੀ ਹੈਗੀਆਂ ਇਹ ਜਿਹੜੀਆਂ ਸਪੀਡ ਗਵਰਨਰਸ ਦੀ ਗੱਲ ਆ ਰਹੀ ਹੈ, ਜਿਵੇਂ ਪੁਨੀਤ ਬਾਲੀ ਜੀ ਨੇ ਦੱਸਿਆ, ਜਿਹੜੇ ਆਰਡਰਸ ਵੀ ਹੈ ਸੁਪਰੀਮ ਕੋਰਟ ਦੇ, ਗਾਈਡਲਾਈਨਸ ਵੀ ਹੈ, ਜਜਮੈਂਟਸ ਵੀ ਹੈਗੀਆਂ, ਔਰ ਖੁੱਲ੍ਹੇਆਮ ਉਹਦੀਆਂ ਧੱਜੀਆਂ ਉੱਡ ਰਹੀਆਂ। ਔਰ ਕੰਟੈਂਪਟ ਆਫ ਕੋਰਟਸ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ, ਜੇ ਉਹਦੇ ਵਿੱਚ ਜਾਂਦੇ ਆ ਤਾਂ ਸਾਲੋਂ ਸਾਲ ਲੱਗ ਜਾਣਗੇ ਤੇ ਇਹ ਜਿਹੜੀ ਮੌਤਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਹੀ ਹੁੰਦੀਆਂ ਰਹਿਣਗੀਆਂ ਜਦੋਂ ਤੱਕ ਇਹ ਜਿਹੜੀਆਂ ਗਾਈਡਲਾਈਨਸ ਹੈਗੀਆਂ, ਜਦੋਂ ਤੱਕ ਜਿਹੜੀਆਂ ਸਟੇਟ ਅਥਾਰਟੀਜ਼ ਆਪਣੇ ਫਰਜ਼ ਨਹੀਂ ਨਿਭਾਉਂਦੀਆਂ, ਔਰ ਨਾਲ ਹੀ ਜਿਹੜੇ ਅਸੀਂ ਲੋਕ ਜਿਹੜੇ ਹੈਗੇ ਆ, ਖਾਸ ਕਰ ਜਿਹੜੇ ਪੇਰੈਂਟਸ ਹੈ, ਆਪਣਾ ਰੋਲ ਨਹੀਂ ਪਲੇ ਕਰਾਂਗੇ, ਉਦੋਂ ਤੱਕ ਇਹ ਗੱਲ ਨਹੀਂ ਬਣਦੀ। ਇਹਨਾਂ ਦੀ ਉਸ ਤੋਂ ਬਾਅਦ ਰਿਪਰੈਜ਼ੈਂਟੇਸ਼ਨ ਤੋਂ ਬਾਅਦ ਇਹ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਸੌਫਟਵੇਅਰ ਤਿਆਰ ਕਰ ਲਿਆ ਗਿਆ, ਜਿਹਦੇ ਵਿੱਚ ਪਹਿਲਾਂ ਇਹ ਨਹੀਂ ਸੀ ਪਤਾ ਲੱਗਦਾ ਕਿ ਵੈਦਰ ਇਸ ਬੰਦੇ ਨੇ ਪਹਿਲਾਂ ਓਫੈਂਸ ਕੀਤਾ ਹੈ ਜਾਂ ਨਹੀਂ ਕੀਤਾ ਹੈ। ਹੁਣ ਜਿਹੜਾ ਸੌਫਟਵੇਅਰ ਹੈ ਫਰਵਰੀ ਦੇ ਮਹੀਨੇ ਹੀ ਹੋਮ ਸੈਕਟਰੀ ਸਾਹਿਬ ਨੇ ਉਸ ਦੀ ਇਨੈਗੋਰੇਸ਼ਨ ਕੀਤੀ ਹੈ, ਉਹਦੇ ਸੌਫਟਵੇਅਰ ਤਿਆਰ ਕਰ ਲਿਆ ਗਿਆ, ਜਿਸ 'ਚ ਇਹ ਪਤਾ ਲੱਗ ਜਾਏਗਾ ਕਿ ਪਹਿਲਾਂ ਇਸ ਬੰਦੇ ਨੇ ਕਿੰਨਾ ਓਫੈਂਸ ਕੀਤਾ ਹੈ। ਉਸ ਨਾਲ ਹੁਣ ਸਾਨੂੰ ਸੌਖਾ ਹੋ ਜਾਏਗਾ। ਸੋ ਜੋ ਇਹਨਾਂ ਨੇ ਰਿਪਰੈਜ਼ੈਂਟੇਸ਼ਨ ਦਿੱਤੀ ਸੀ ਉਸ 'ਤੇ ਕੰਮ ਹੋ ਰਿਹਾ। ਇਹ ਜਿਹੜੀ ਤੁਸੀਂ ਦੱਸਿਆ ਕਿ ਵੀ 3 ਸਾਲ ਪਹਿਲੇ ਇਸੀ ਅਕੈਡਮੀ ਦਾ ਇੱਕ ਹਾਦਸਾ ਹੋਇਆ ਸੀਗਾ। ਇਹ ਹਾਦਸਾ ਹੋਣ ਤੋਂ ਬਾਅਦ ਉਸ ਮੌਤਾਂ 8 ਮੌਤਾਂ ਹੋਈਆਂ। ਉਸ ਵੀ ਐਕਸਗ੍ਰੇਸ਼ਨ ਦਿੱਤਾ ਗਿਆ। ਉਸ ਤੋਂ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਕਿਸੇ ਐਡਮਿਨਿਸਟ੍ਰੇਸ਼ਨ ਨੇ, ਮੋਟਰ ਵਹੀਕਲਸ ਇੰਸਪੈਕਟਰ ਨੇ, ਕਿਸੇ ਕੰਸਰਨਡ ਅਥਾਰਟੀ ਨੇ ਸਕੂਲ ਦੀ ਰੈਂਡਮਲੀ ਚੈਕਿੰਗ ਕੀਤੀ ਕਿ ਇਹਨਾਂ ਦੇ ਜਿਹੜੇ ਡਰਾਈਵਰਸ ਹੈਗੇ ਨੇ ਪ੍ਰੋਪਰਲੀ ਐਜੂਕੇਟਿਡ, ਪ੍ਰੋਪਰਲੀ ਇਨ ਟਰਮਸ ਆਫ ਦ ਰੂਲਸ ਐਂਡ ਰੈਗੂਲੇਸ਼ਨ, ਜਿਹੜਾ ਆਪਣਾ ਬਲਬੀਰ ਸਿੰਘ ਜੀ ਨੇ ਦੱਸਿਆ ਉਹਨਾਂ ਦੇ ਹਿਸਾਬ ਨਾਲ ਕੁਆਲੀਫਾਈਡ ਹੈਗੇ ਕਿ ਨਹੀਂ ਹੈਗੇ। ਇਹਨਾਂ ਦੇ ਬੱਸੇ 'ਚ ਸਪੀਡ ਗਵਰਨਰਸ ਲੱਗੇ ਹੋਏ ਨੇ ਕਿ ਨਹੀਂ ਲੱਗੇ ਹੋਏ, ਔਰ ਇਹਨਾਂ ਦੀ ਅਗਰ ਪਾਸਿੰਗ ਹੈ ਤਾਂ ਹੋਈ ਕਿ ਨਹੀਂ ਹੋਈ। ਤੁਸੀਂ ਇਹ ਸੋਚੋਗੇ ਕਿ ਅਗਰ ਦੋ ਵਾਰੀ ਇਹ ਇਸੀ ਅਕੈਡਮੀ ਦੀ ਬੱਸਿਸ ਇਨਵੋਲਵ ਹੋ ਚੁੱਕੀਆਂ ਨੇ, ਦੇਰ ਇਜ਼ ਨੋ ਫੋਲੋ ਅਪ ਐਕਸ਼ਨ, ਦੇਰ ਇਜ਼ ਨੋ ਅਕਾਊਂਟੇਬਿਲਿਟੀ। ਸੋ ਦ ਕੁਐਸਚਨ ਇਜ਼ ਦੀ ਇੰਪ੍ਰੈਸ਼ਨ ਵਿਚ ਇਜ਼ ਗਿਵਨ ਟੂ ਦੀਜ਼ ਕਾइंड ऑफ वॉलेटर्स इज कि एक बारी कोई हादसा होएगा उस तो बाद सारी दुनिया उन्हें भुल जाएगी। अगर उन्होंने लॉजिकल कंक्लूजन ते लैके जाओगे
ਤੇ ਡੈਫੀਨੇਟਲੀ ਅਗਰ ਕਿਸੇ ਬੰਦੇ ਨੂੰ ਤੁਸੀਂ ਅਕਾਊਂਟੇਬਲ ਕਰੋਗੇ ਇਟ ਵਿਲ ਬੀ ਅ ਲੈਸਨ ਫॉर द ਰੈਸਟ ਆਫ ਦ ਪੀਪਲ ਹੂ ਆਰ ਵਾਇਓਲੇਟਿੰਗ ਦ ਲਾਅ। ਔਰ ਦੂਜਾ ਇਹਦੇ ਚ ਇੱਕ ਬੜਾ ਇੰਪੋਰਟੈਂਟ ਮੁੱਦਾ ਉੱਠਦਾ, ਅਗਰ ਤੁਸੀਂ ਸਟੈਟਿਸਟਿਕਸ ਉਠਾਓਗੇ ਸਪੀਡ ਚਲਾਉਣ ਦਾ, ਤੁਹਾਨੂੰ ਕਦੀ ਵੀ ਕੋਈ ਸਰਕਾਰੀ ਬੱਸ ਦਾ ਸਪੀਡ ਚਲਾਉਣ ਦਾ ਕੋਈ ਸਟੈਟਿਸਟਿਕਸ ਨਹੀਂ ਮਿਲੇਗਾ। ਐਂਡ ਵੀ ਆਲ ਨੋ ਹਾਊ ਦੀ ਗਵਰਨਮੈਂਟ ਬੱਸਿਸ ਆਰ ਬੀਇੰਗ ਆਪਰੇਟਡ। ਬੇਸਿਕਲੀ ਕੀ ਹੈ, ਸਿਲੈਕਟਿਵ ਚਲਾਨਿੰਗ ਹੈਗੀ। ਗਵਰਨਮੈਂਟ ਦੀ ਅਕਾਊਂਟੇਬਿਲਿਟੀ, ਅਗਰ ਜਿਹੜਾ ਨਾਰਮਲ ਪੁਲਿਸਮੈਨ ਜਿਹੜਾ ਸਪੀਡ ਚਲਾਨਿੰਗ ਕਰ ਰਿਹਾ, ਅਗਰ ਉਹੀ ਸਪੀਡ ਚਲਾਨਿੰਗ ਨਹੀਂ ਕਰਦਾ, ਉਹਦੇ ਉੱਥੇ ਅੱਗੇ ਉਹਦੀ ਰਿਪੋਰਟ ਨਹੀਂ ਬਣਦੀ ਕਿ ਦਿਸ ਇਜ਼ ਅ ਪਾਰਟਿਕੂਲਰ ਡਰਾਈਵਰ ਹੂ ਇਜ਼ ਨਾਟ ਡਰਾਈਵਿੰਗ ਵੈਲ। ਔਰ ਫਿਰ so many things have to be done as far as road safety is concerned। ਤੁਸੀਂ ਦੇਖੋ, ਤੁਸੀਂ ਨਾਰਮਲੀ ਰੋਡਸ ਤੇ ਜਾਓਗੇ, ਤੁਹਾਨੂੰ ਸਾਈਨੇਜ ਨਹੀਂ ਮਿਲੇਗੀ, ਓਵਰਟੇਕਿੰਗ ਜ਼ੋਨ ਲਿਖਿਆ ਹੈ ਕਿ ਨਹੀਂ ਲਿਖਿਆ, ਕੋਈ ਲਾਈਨਸ ਨਹੀਂ ਮਿਲਣਗੀਆਂ ਤੁਹਾਨੂੰ। ਬੇਸਿਕਲੀ ਸਾਡੀ ਸੋਸਾਇਟੀ ਨੇ ਅਜੇ ਤੱਕ ਰੋਡ ਸੇਫਟੀ ਦੀ ਅਹਿਮੀਅਤ ਨੂੰ ਨਹੀਂ ਸਮਝਿਆ ਹੋਇਆ। ਕੋਈ ਸਭ ਬੇਸਿਕਲੀ ਅਕਾਊਂਟੇਬਿਲਿਟੀ ਫਿਕਸ ਕਰਨ ਦਾ ਤਰੀਕਾ ਇਹ ਹੈ ਕਿ ਅਗਰ ਵੱਡੀ ਗੱਡੀ ਹੈ ਔਰ ਅਗਰ ਕੋਈ ਬੰਦਾ ਵਿੱਚ ਸੜਕ ਤੇ ਚੱਲ ਰਿਹਾ ਹੈ ਤੇ ਅਗਰ ਅਨਫੋਰਚੂਨੇਟਲੀ ਉਹਦੀ ਡੈਥ ਹੋ ਜਾਏ ਤੇ ਅਕਾਊਂਟੇਬਿਲਿਟੀ ਜਾਂ ਕੇਸ ਚੱਲੇਗਾ ਵੱਡੀ ਗੱਡੀ ਵਾਲੇ ਅਗੇਂਸਟ, ਚਾਹੇ ਉਹਦੀ ਕੋਈ ਗਲਤੀ ਹੈ ਜਾਂ ਨਹੀਂ ਹੈ। ਇਸ ਕੇਸ ਦੇ ਵਿੱਚ ਵੀ ਟਰੱਕ ਵਾਲੇ ਦੇ ਖਿਲਾਫ ਕੇਸ ਰਜਿਸਟਰ ਕਰਤਾ ਕਿਉਂਕਿ ਉਹਦਾ ਟਰੱਕ ਸਾਹਮਣੇ ਆ ਰਿਹਾ ਸੀ ਤੇ ਉਹਦੇ ਵਿੱਚ ਹੁਣ ਚਾਹੇ ਬੇਸ਼ੱਕ ਉਸ ਦੀ ਗਲਤੀ ਨਹੀਂ ਹੈ ਬਿਲਕੁਲ, ਲੇਕਿਨ ਹਮੇਸ਼ਾ ਉसी ਬੰਦੇ ਦੇ ਖਿਲਾਫ ਪਰਚਾ ਦਰਜ ਹੋਏਗਾ ਜੋ ਆਦਮੀ ਬਚ ਗਿਆ ਔਰ ਅਨਫੋਰਚੂਨੇਟਲੀ ਕਿਸੇ ਹੋਰ ਦੀ ਮੌਤ ਹੋ ਗਈ। ਮੈਂ ਰਤੇਸ਼ ਜੀ ਪੁਨੀਤ ਜੀ ਦੀ ਗੱਲ ਨੂੰ ਥੋੜਾ ਵਜ਼ਨ ਦੇਵਾਂਗਾ ਕਿ ਜਿਹੜੇ ਗਵਰਨਮੈਂਟ ਜਿਹੜੇ ਡਰਾਈਵਰਸ ਹੈਗੇ ਓਵਰ ਸਪੀਡਿੰਗ ਕਰਦੇ ਆ ਜਾਂ ਜਿਸ ਤਰੀਕੇ ਨਾਲ ਮੈਕਸਿਮਮ ਜਿਹੜੇ ਸਕੂਲੀ ਬੱਸਾਂ ਦੇ ਹਾਦਸੇ ਹੋ ਰਹੇ ਆ, ਕਿਵੇਂ ਰੋਡਵੇਜ਼ ਦੀ ਗੱਡੀਆਂ ਦੇ ਨਾਲ ਵੀ ਵੱਜ ਕੇ ਐਕਸੀਡੈਂਟਸ ਹੋਏ ਔਰ ਬੱਚੇ ਮਰੇ ਆ, ਇਹਨਾਂ ਦੀ ਜਿਹੜੀ ਸਰਵਿਸ ਬੁੱਕ ਹੁੰਦੀ ਹੈ ਨਾ ਜੀ, ਉਹਦੇ ਵਿੱਚ ਕਿਤੇ ਵੀ ਇਹਨਾਂ ਦੀ ਜਿਹੜੀ ਇਹਨਾਂ ਦਾ ਰਿਕਾਰਡਸ ਜਾਂ ਇਹਨਾਂ ਦੀ ਬਾਕੀ ਦਾ ਸਾਰਾ ਕੁਝ ਹੋਏਗਾ ਬਈ ਜੇ ਕਿਸੇ ਨੇ ਕੋਈ ਨੈਗਲੀਜੈਂਟ ਡਰਾਈਵਿੰਗ ਕੀਤੀ ਹੈ, ਕੋਈ ਬੰਦੇ ਮਾਰੇ ਆ, ਕੁਛ ਉਹਦਾ ਕੋਈ ਰਿਕਾਰਡ ਨਹੀਂ ਇਹਨਾਂ ਦੀ ਸਰਵਿਸ ਬੁੱਕ 'ਚ ਹੁੰਦਾ। ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਪੁਨੀਤ ਜੀ ਨੇ ਦੱਸਿਆ ਕਿ ਵੀ ਇਹਨਾਂ ਦੀ ਅਕਾਊਂਟੇਬਿਲਿਟੀ ਕਦੀ ਫਿਕਸ ਨਹੀਂ ਹੁੰਦੀ ਕਿਉਂਕਿ ਦੇ ਆਰ ਗਵਰਨਡ ਬਾਈ ਗਵਰਨਮੈਂਟ। ਬਿਲਕੁਲ, ਅਦਾਰਿਆਂ ਦੀ ਵੀ ਨਹੀਂ, ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ ਵੀ ਨਹੀਂ, ਪਰ ਪੇਰੈਂਟਸ ਦੀ ਇਹਦੇ 'ਚ ਰਤੇਸ਼ ਜੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਪੇਰੈਂਟਸ ਦੀ ਵੀ ਬਣਦੀ ਹੈ। ਪੇਰੈਂਟਸ ਦੀ ਮੈਂ ਦੱਸ ਦਿੰਦਾ, ਇੱਕ ਮਿੰਟ ਮੈਂ ਛੋਟਾ ਜਿਹਾ ਰੋਕਣਾ ਚਾਹਾਂਗਾ। ਸੋਈ ਸਾਹਿਬ ਤੁਹਾਡੇ ਤੋਂ ਸਵਾਲ ਹੋਏਗਾ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ, ਮੈਂ ਪਰ ਦਰਸ਼ਕਾਂ ਨੂੰ ਦੱਸ ਦਈਏ ਵੀ ਸੁਪਰੀਮ ਕੋਰਟ ਦੀ ਗਾਈਡਲਾਈਨਸ ਕੀ ਹੈ। ਸਕੂਲ ਬੱਸਿਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਇਸ ਹਾਦਸੇ ਦੇ ਵਿੱਚ ਉਸ ਟੈਂਪੋ ਟਰੈਵਲਰ ਜਿਸ ਵਿੱਚ ਬੱਚੇ ਟਰੈਵਲ ਕਰ ਰਹੇ ਸਨ ਉਹਦਾ ਕਲਰ ਵੀ ਯੈਲੋ ਨਹੀਂ ਸੀ, ਪੀਲਾ ਨਹੀਂ ਸੀਗਾ। ਸਕੂਲ ਦੇ ਨਾਂ ਸਕੂਲ ਬੱਸ ਲਿਖਿਆ ਹੋਣਾ ਚਾਹੀਦਾ ਫਰੰਟ ਤੇ ਬੈਕ ਦੇ ਵਿੱਚ। ਸਪੀਡ ਗਵਰਨਰਸ ਲੱਗਣੇ ਚਾਹੀਦੇ ਨੇ, ਸੁਪਰੀਮ ਕੋਰਟ ਕਹਿ ਰਿਹਾ ਹੈਗਾ, ਸਰਕਾਰਾਂ ਮੰਨ ਰਹੀਆਂ ਨਹੀਂ ਮੰਨ ਰਹੀਆਂ ਵੱਖਰਾ ਇਸ਼ੂ ਹੈਗਾ। ਹੌਰੀਜ਼ੌਂਟਲ ਗ੍ਰਿਲਸ ਲੱਗੀਆਂ ਹੋਣੀਆਂ ਚਾਹੀਦੀਆਂ ਵਿੰਡੋਜ਼ ਦੇ ਉੱਤੇ, ਫਾਇਰ ਐਕਸਟਿੰਗੁਇਸ਼ਰ ਬੱਸ ਦੇ ਵਿੱਚ ਹੋਣਾ ਚਾਹੀਦਾ। ਨਾ ਜਾਣੇ ਕਿੰਨੀਆਂ ਬੱਸਾਂ 'ਚ ਫਾਇਰ ਐਕਸਟਿੰਗੁਇਸ਼ਰ ਹੁੰਦਾ ਨਹੀਂ ਹੁੰਦਾ, ਕੀ ਪੇਰੈਂਟਸ ਇਸ ਚੀਜ਼ ਦੇ ਬਾਰੇ ਬੌਦਰ ਕਰਦੇ ਨੇ, ਚੈੱਕ ਕਰਨਾ ਚਾਹੁੰਦੇ ਨੇ। ਸਕੂਲ ਦਾ ਨਾਂ ਤੇ ਟੈਲੀਫੋਨ ਨੰਬਰ ਬੱਸਾਂ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਹੈਗਾ। ਡੋਰਸ ਆਫ ਦ ਬੱਸ ਸ਼ੁੱਡ ਬੀ ਫਿਟਡ ਵਿਦ ਰਿਲਾਇਬਲ ਲੌਕਸ, ठीक है ना। इस तो अलावा एक पेरेंट और गार्जियन सिटिंग इन द बस और अ टीचर में ऑल्सो ट्रेवल टू इंश्योर द सेफ्टी नॉर्म्स की पालना हो रही है। इस बार एक पेरेंट या एक गार्जियन या कोई टीचर भी उस बस के ट्रैवल करके इस चीज़ की असैसमेंट दे सकता है। ड्राइवर की क्वालिफिकेशन बारे ढोल साहब दस चुके हैं तो जो ड्राइवर पहला चलान हो चुका है खास करके ओवर स्पीडिंग ड्रंकन ड्राइविंग या डेंजरस ड्राइविंग के मामले वो एम्पलॉय नहीं किया जा सकता। तो नॉर्म्स बड़ियां क्लीयर ने। सोई साहब तुसी रोड सेफ्टी काउंसिल दे वाइस चेयरमैन हो, रोड सेफ्टी काउंसिल की कर रही है, सरकारां की कर रही है, स्टेट ट्रांसपोर्ट अथॉरिटी की कर रही ने। ये हादसा होया इस तो बाद असीं ग्रेशिया ग्रांट दे दिंदे हैं ते शायद चर्चावां दे विच खबरां दे विच लगदा वे तां सड़क हादसा थी, कोई की कर सकता है, सरकार की कर सकती है। बट द फैक्ट इज कि सरकारां कुछ कर नहीं रही, शायद तां ही इस किस्म के हादसे हो रहे हैं। सो अकाउंटेबिलिटी मस्ट स्टार्ट विद forthwith with the authorities, सरकार एस्टैब्लिशमेंट। सारी गाइडलाइंस रोड सेफ्टी काउंसिल क्यों नहीं चेक कर सकती, क्यों इस बारे डैमिंग रिपोर्ट्स नहीं दी जा सकती? देखो रितेश जी बड़ा अच्छा ਤੁਹਾਡਾ ਕੁਐਸਚਨ ਹੈਗਾ ਐਂਡ ਮੈਂ ਤੁਹਾਡਾ ਆਨਸਰ ਇਸ ਤਰੀਕੇ ਨਾਲ ਦੇਣਾ ਚਾਹਾਂਗਾ ਕਿ ਜੇ ਤੁਸੀਂ ਪੰਜਾਬ ਸਰਕਾਰ ਵੱਲ ਦੇਖੋ ਤੇ ਤਕਰੀਬਨ ਸਾਰੀਆਂ ਜਿਹੜੀਆਂ ਲੇਨਸ ਨੇ ਜਿਹੜੀਆਂ ਕਨੈਕਟ ਕਰਦੀਆਂ ਨੇ ਇੱਕ ਦੂਸਰੇ ਸ਼ਹਿਰ ਨੂੰ ਉਹਨੂੰ ਅਸੀਂ 4 ਲੇਨ ਜਾਂ 6 ਲੇਨ ਕਰਨ ਜਾ ਰਹੇ ਹਾਂ। ਦੈਟ ਇਜ਼ ਵਨ ਪੁਆਇੰਟ। ਜਿਹੜਾ ਦੂਸਰਾ ਪੁਆਇੰਟ ਹੈ ਇੱਕ ਤੁਸੀਂ ਪ੍ਰੋਗਰਾਮ ਕੀਤਾ ਸੀ ਰੋਡ ਮੈਪ ਤਾਂ ਬਹੁਤ ਲੰਬਾ ਚੌੜਾ ਹੈ, ਸਰਕਾਰਾਂ ਨੇ ਇੱਥੇ ਬਹੁਤ ਕੁਝ ਕਰਨਾ ਚਾਹੁੰਦੇ ਨੇ। ਮੈਂ ਕਹਿ ਰਿਹਾ ਵੀ ਜਿਹੜੇ ਹਾਦਸੇ ਹੋ ਰਹੇ ਨੇ ਉਸ ਨੂੰ ਰੋਕ ਪਾ ਨਹੀਂ ਰਹੇ ਹੈ। ਵੀ ਆਰ ਨਾਟ ਬੀਇੰਗ ਏਬਲ ਟੂ ਸੇ ਕਿ ਸਾਡੀ ਬੱਸਾਂ ਸਕੂਲ ਬੱਸਾਂ ਦੇ ਰੰਗ ਪੀਲੇ ਹੋ ਜਾਣ, ਅਸੀਂ ਇਹ ਤਾਂ ਸੁਨਿਸ਼ਚਿਤ ਕਰ ਨਹੀਂ ਪਾ ਰਹੇ। ਤੁਸੀਂ ਕਿਹੜੀਆਂ ਬੱਸਾਂ ਕਿਹੜੀਆਂ ਰੋਡਸ ਨੂੰ ਵਾਈਡਨ ਕਰਨ ਦੀ ਗੱਲ ਕਰ ਰਹੇ ਹੋ? ਉਸੇ ਗੱਲ ਦਾ ਜਵਾਬ ਦੇ ਰਿਹਾ ਸੀਗਾ। ਤੁਸੀਂ ਇੱਕ ਪ੍ਰੋਗਰਾਮ ਕੀਤਾ ਸੀਗਾ ਕਿ ਜਿਹੜੀ ਬਿਊਰੋਕ੍ਰੇਸੀ ਹੈ ਜਾਂ ਜਿਹੜੇ ਅਫੀਸ਼ੀਅਲਸ ਔਨ ਦੀ ਗਰਾਊਂਡ ਨੇ ਉਹ ਆਪਣਾ ਕੰਮ ਜਿਹੜਾ ਸਹੀ ਤਰੀਕੇ ਨਾਲ ਨਹੀਂ ਕਰ ਰਹੇ। ਜੇ ਉਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਰਹੇ ਤਾਂ ਉਹਦੇ ਵਿੱਚ ਕਮਜ਼ੋਰੀ ਸਾਡੀ ਹੈ ਕਿ ਅਸੀਂ ਉਹਨਾਂ ਦੀ ਅਕਾਊਂਟੇਬਿਲਿਟੀ ਫਿਕਸ ਨਹੀਂ ਕਰਦੇ। ਅੱਜ ਜੇ ਹਾਦਸਾ ਹੋ ਜਾਂਦਾ ਕਦੀ ਅਸੀਂ ਕਿਹਾ ਡੀਟੀਓ ਨੂੰ ਜਾਂ ਐਸਪੀ ਟ੍ਰੈਫਿਕ ਨੂੰ ਜਾਂ ਕਿਸੇ ਹੋਰ ਆਫਿਸਰ ਨੂੰ ਜਾਂ ਐਸਡੀਐਮ ਨੂੰ ਉੱਥੋਂ ਦੇ ਨੂੰ ਕਿ ਇਹਨੂੰ ਪਤਾ ਕਰੋ ਵੀ ਇਹਨੇ ਕਿਉਂ ਨਹੀਂ ਇਹ ਬੱਸਾਂ ਚੈੱਕ ਕੀਤੀਆਂ, ਕਿਉਂ ਬੱਸਾਂ ਬਿਨਾਂ ਸਪੀਡ ਗਵਰਨਰ ਤੋਂ ਚੱਲ ਰਹੀਆਂ। ਲੜਕੀ ਦੇ ਨਾਲ ਬਲਾਤਕਾਰ ਹੋ ਜਾਂਦਾ, ਲੜਕੀ ਸੁਸਾਈਡ ਕਰ ਲੈਂਦੀ ਹੈ, ਅਸੀਂ ਆਪਣੇ SHO ਲੈਵਲ ਦੇ ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੰਦੇ हैं, डिसमिस भी कर ਦਿੰਦੇ हैं, ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਕਰ ਦਿੰਦੇ हैं। ਅੱਜ 12 ਬੱਚੇ ਮਾਰੇ ਗਏ ਨੇ, 13 ਲੋਕ ਮਾਰੇ ਗਏ ਨੇ ਸੜਕ ਹਾਦਸੇ ਵਿੱਚ। ਕੀ ਕੋਈ DTO STA ਕੋਈ ਅਥਾਰਟੀ ਕੋਈ ਅਫਸਰ ਦੇ ਉੱਤੇ ਐਕਸ਼ਨ ਆਏਗਾ?
ਤੁਸੀਂ ਦੇਖੋ ਮੈਂ ਤੁਹਾਨੂੰ ਉਹੀ ਦੱਸਣਾ ਚਾਹਨਾ ਕਿ 12 ਬੰਦੇ हैदराबाद 'ਚ ਬਲਾਸਟ 'ਚ ਮਰ ਗਏ, ਉਹਦੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਾ ਰਿਹਾ, ਸਾਰੇ ਜਾ ਰਹੇ ਨੇ। ਅੱਜ 12 ਬੱਚੇ ਦੇਸ਼ ਦਾ ਫਿਊਚਰ ਦੀ ਡੈਥ ਹੋਈ ਹੈ ਉਹਦੇ ਉੱਪਰ। ਇੱਕ ਇਨਸਾਨੀਅਤ ਸ਼ਰਮਸਾਰ ਹੋਈ ਹੈ ਜਦੋਂ ਬੱਚੇ ਉੱਥੇ ਮਰੇ ਨੇ। ਤੇ ਜੇ ਉਹਦੇ ਵਾਸਤੇ ਸਰਕਾਰ 1 ਲੱਖ ਰੁਪਇਆ ਸਿਰਫ ਸ਼ੋਕ ਕਰਕੇ ਬੈਠੇਗੀ ਤੇ ਆਮ ਵੈਰੀ ਸੈਡ। ਮੈਂ ਤੁਹਾਨੂੰ ਅਸ਼ੋਰ ਕਰਦਾ ਕਿ ਅਸੀਂ ਆਪਣੀ ਆਰਗੇਨਾਈਜੇਸ਼ਨ ਜਿਹੜੀ ਮੇਰੀ ਪਰਸਨਲ ਆਰਗੇਨਾਈਜੇਸ਼ਨ ਹੈਗੀ ਹੈ ਸਾਡੀ NGO ਵੱਲੋਂ ਇਹਦੇ ਖਿਲਾਫ ਅਸੀਂ ਦੇਖੋ we have advisory council where we can advise. So please advise the government. But here I can assure you कि next time a हादसा कोई भी ਜਿਹੜਾ accountable officer ਹੋਏਗਾ ਜਿਹਦੀ accountability ਬਣਦੀ ਹੋਏਗੀ, we will fix it and we will make sure ਕਿ ਉਹਨਾਂ ਨੂੰ ਇਦਾਂ ਦੇ ਕ੍ਰਾਈਮ 'ਚ ਬੁੱਕ ਕੀਤਾ ਜਾਏ, ਚਾਹੇ ਉਹ 302 ਲੱਗੇ ਜਾਂ 304 ਲੱਗੇ, ਕਿ he is responsible for this crime। ਇਦਾਂ ਦਾ ਕ੍ਰਾਈਮ ਹੁਣ ਸੜਕਾਂ ਤੇ ਅਸੀਂ ਨਹੀਂ ਸਹਿ ਸਕਦੇ। ਟੋਲ ਸਾਹਿਬ, ਤੁਸੀਂ ਬੀਇੰਗ ਅ ਪਰਸਨ, ਤੁਸੀਂ ਐਜ਼ ਅ DTO ਵੀ ਆਪਰੇਟ ਕੀਤਾ ਹੈਗਾ ਪੰਜਾਬ ਦੇ ਵਿੱਚ, ਕੀ ਲਿਮਿਟੇਸ਼ਨਸ ਕੀ ਹੁੰਦੀਆਂ ਨੇ? ਸਰਕਾਰਾਂ ਕਿਉਂ ਕੁਝ ਨਹੀਂ ਕਰ ਸਕਦੀਆਂ? ਇਸ ਕੇਸ ਦੇ ਵਿੱਚ ਵੀ ਅਸੀਂ ਸ਼ਾਇਦ ਇਹ ਮੁਆਵਜ਼ਾ ਦੇਣ ਤੋਂ ਬਾਅਦ ਜਾਂ ਇਹ ਕਹਿਣ ਤੋਂ ਬਾਅਦ ਵੀ ਅਸੀਂ ਟਰੱਕ ਡਰਾਈਵਰ ਦੇ ਖਿਲਾਫ ਕੇਸ ਦਰਜ ਕਰ ਰਿਹਾ ਹੈਗਾ, ਅਸੀਂ ਉਸ ਲਾਰਜਰ ਫਰੇਮ ਜਾਂ ਉਸ ਲਾਰਜਰ ਪਿਕਚਰ ਤੋਂ ਬਿਲਕੁਲ ਮੁਨਕਰ ਹੋ ਰਹੇ ਹਾਂ, ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸਮ ਦੇ ਹਾਦਸੇ ਹੁੰਦੇ ਰਹਿਣਗੇ ਤੇ ਅਸੀਂ ਕੁਝ ਨਹੀਂ ਕਰ ਪਾਵਾਂਗੇ, ਸਿਰਫ ਐਕਸਰੇਸ਼ਾ ਗ੍ਰੇਸ਼ੀਆ ਗ੍ਰਾਂਟਾਂ ਦੇਣ ਜੋਗੀ ਰਹਿ ਜਾਂਦੇ ਅਸੀਂ। ਦੇਖੋ ਜੀ, ਮੈਂ ਇੱਥੇ ਗੱਲ ਬੜੀ ਇੰਪੋਰਟੈਂਟ ਕਹਾਂਗਾ। ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਆਫਿਸਰਸ ਦੀ ਰਿਸਪੌਂਸਿਬਿਲਿਟੀ ਫਿਕਸ ਕਰਨੀ ਹੈ। ਕੌਣ ਰਿਸਪੌਂਸਿਬਲ ਸੀਗਾ, ਉਸ ਬੱਸ ਲੱਗਣਾ ਚਾਹੀਦਾ ਸੀ ਸਪੀਡ ਗਵਰਨਰ ਜਾਂ ਨਹੀਂ ਲੱਗਣਾ ਚਾਹੀਦਾ ਸੀਗਾ, ਡਰਾਈਵਰ ਪ੍ਰੋਪਰਲੀ ਹੈਗਾ ਕਿ ਨਹੀਂ। ਲੇਕਿਨ ਇੱਕ ਇੰਸਟੀਟਿਊਸ਼ਨ ਦੀ ਅਕਾਊਂਟੇਬਿਲਿਟੀ ਤਾਂ ਔਰ ਉਹਦੀ ਕਲਪੇਬਿਲਿਟੀ ਤਾਂ ਕਲੀਅਰਲੀ ਸਾਡੇ ਸਾਹਮਣੇ ਆ ਰਹੀ ਹੈ। ਇਹ ਅਕੈਡਮੀ ਜਿਹਦੀ ਤੀਜੀ ਬੱਸ ਹੈ ਜਿਹਦਾ ਐਕਸੀਡੈਂਟ ਹੋਇਆ ਹੈ ਔਰ ਇਸ ਬੱਸ ਦੀ ਕਲਰ ਵੀ ਪ੍ਰੋਪਰ ਨਹੀਂ ਸੀਗਾ, ਮੇਰੇ ਹਿਸਾਬ ਨਾਲ ਅਗਰ ਦੇਖਿਆ ਜਾਏ ਤੇ ਟਰੱਕ ਦੇ ਡਰਾਈਵਰ ਨੂੰ ਛੱਡ ਕੇ ਅਗਰ ਉਹਦੇ ਖਿਲਾਫ ਤੁਸੀਂ ਯੂ ਗੋ ਟੂ ਦਿਸ ਐਕਸਟੈਂਟ ਕਿ ਉਹਦੀ ਗਲਤੀ ਵੀ ਨਹੀਂ ਹੈ, ਯੂ ਆਰ ਰਜਿਸਟਰਿੰਗ ਅ ਕ੍ਰਿਮੀਨਲ ਕੇਸ ਅਗੇਂਸਟ ਹਿਮ, what is the state done to take action against this institution? Right. Nothing at all. ਬਿਲਕੁਲ ਠੀਕ ਹੈ। Nothing at all. ਅਗਰ ਇਹ ਬੱਸ ਦਾ ਕਲਰ ਠੀਕ ਨਹੀਂ ਸੀਗਾ, ਬੇਸਿਕਲੀ ਬੱਸ ਦਾ ਕਲਰ ਯੈਲੋ ਕਰਨ ਦਾ ਮਤਲਬ ਇਹ ਹੈ ਕਿ ਪਿੱਛੇ ਸਕੂਲ ਬੱਸ ਲਿਖੀ ਹੈ ਤਾਂ ਕਿ ਕੋਈ ਆਦਮੀ ਉਹਨੂੰ ਓਵਰਟੇਕ ਨਾ ਕਰੇ, ਉਹਨੂੰ ਸਾਰੇ ਬੰਦੇ ਜਿਹੜੇ ਹੁਣ ਸੜਕਾਂ ਤੇ ਜਾ ਰਹੇ ਉਹਨੂੰ ਟਾਈਮ ਉਹਨੂੰ ਜਗ੍ਹਾ ਦੇਣ ਜਾਣ ਲਈ, ਕਿਉਂਕਿ ਸਾਰਿਆਂ ਨੂੰ ਪਤਾ ਇਹਦੇ 'ਚ ਬੱਚੇ ਹੈਗੇ ਨੇ। ਨਾ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜੋ ਇੰਡੀਕੇਸ਼ਨ ਨਹੀਂ ਦਿੱਤੀ ਗਈ, ਜੋ ਓਨਰ ਹੈ ਬੱਸ ਦਾ, ਜੋ ਅਕੈਡਮੀ ਚਲਾ ਰਿਹਾ ਹੈ, ਉਹਨਾਂ ਦੀ ਮੈਨੇਜਮੈਂਟ ਦੇ ਖਿਲਾਫ ਕੀ ਐਕਸ਼ਨ ਲਿੱਤਾ ਗਿਆ ਹਜੇ ਤੱਕ? क्या उन्होंने अकाउंटेबल बनाया गया? क्या उन्होंने इमीजिएटली रैंडमली इमीजिएटली कोई फ्लाइंग स्क्वाड भेज के उन्होंने सारी बसेस चेक कीतियां गई ने कि ये गलतियां बाकी बसेस च भी हैगियां या नहीं हैगियां ने? क्या उन्होंने सारी बसेस इंपाउंड कीतियां गई ने? उन्होंने मैनेजमेंट के खिलाफ कोई एक्शन लिता गया? और जिथे तक आप माँ बाप की गल करते हैं जी, देखो बड़ी अनफॉर्चुनेट गल है कि अगर आप इत्थे तक पहुंच जाइए तो कहिए कि माँ बाप की गलती है। माँ बाप बड़े फेथ पूरा ट्रस्ट करके एक इंस्टीट्यूशन च अपने बच्चे नूं भेजदे ने। माँ बाप नूं एक इस गल की कन्विक्शन हैगी कि जिहड़ा भी इंस्टीट्यूशन है जिथे वो भेज रहे हैं एजुकेशनल इंस्टीट्यूशन, वो सारे कानूनां की पालना कर रहे हैं। क्या माँ बाप हुन जाके ये थोड़ा देखने बिल्कुल माँ बाप ने कोई गलती नहीं मानता। आई टोटली एग्री विद यू। माँ बाप की गलती नहीं, उस तो पहला साडे कोल अदारे हैगे ने जिम्मेवारी फिक्स करन लई, ਅਸੀਂ ਉਹਨਾਂ ਦੇ ਫਿਕਸ ਨਹੀਂ ਕਰ ਰਹੇ ਜੀ। ਅਸੀਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਫਿਊਚਰ ਤੋਂ ਕਿਸੇ ਦੀ ਅਕਾਊਂਟੇਬਿਲਿਟੀ ਫਿਕਸ ਕਰਾਂਗੇ, ਵਾਈ ਨਾਟ ਰਾਈਟ ਨਾਓ? ਜਿਸ ਤਰ੍ਹਾਂ ਪੁਨੀਤ ਜੀ ਨੇ ਗੱਲ ਕੀਤੀ ਹੈ, ਜਿਸ ਤਰ੍ਹਾਂ ਇਹ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ, ਅਸੀਂ ਪਹਿਲੇ ਵੀ ਜ਼ਿਕਰ ਕੀਤਾ ਇਸ ਗੱਲ ਦਾ ਕਿ ਇਹਨਾਂ ਦੀ ਐਫੀਲੀਏਸ਼ਨਸ ਕਿਉਂ ਨਹੀਂ ਕੈਂਸਲ ਕੀਤੀਆਂ ਜਾਂਦੀਆਂ, ਜਿਹੜੀ ਕਿ ਇਹ ਬੱਚਿਆਂ ਦੀ ਜਾਨਾਂ ਨਾਲ ਖੇਡ ਰਹੀਆਂ। ਜੋ ਚਾਹੇ CBSE ਹੈ, ਚਾਹੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਮੈਂ ਗੱਲ ਕਰ ਰਿਹਾ, 4 ਸਕੂਲਾਂ ਦੀ ਅਸੀਂ ਬੱਸਾਂ ਦੀ ਜਿਹੜੀ ਹੁਣ ਕੀ ਕਰਦੇ ਕਿ ਜੇ ਉਹਦੇ ਪਿੱਛੇ ਲਿਖਿਆ ਹੁੰਦਾ ਕਿ ਵੀ ਜੀ ਇਸ ਬੱਸ ਦਾ ਡਰਾਈਵਰ ਜੇ ਨੈਗਲੀਜੈਂਟ ਡਰਾਈਵਿੰਗ ਕਰ ਰਿਹਾ, ਇਸ ਨੰਬਰ ਤੇ ਕੰਟੈਕਟ ਕਰੋ। ਤੁਸੀਂ ਹੁਣੇ ਕਰਕੇ ਦੇਖੋ ਜਿਹੜਾ STA ਦਾ ਨੰਬਰ ਚੱਲਦਾ ਕਿ ਨਹੀਂ ਚੱਲਦਾ? ਨੰਬਰ ਨਹੀਂ ਚੱਲਦਾ ਇਹਨਾਂ ਦਾ। ਇਟ ਇਜ਼ ਨਾਟ ਆਪਰੇਟਿੰਗ ਵਨ। ਦੇਖਣ ਵਾਲੀ ਇਹ ਚੀਜ਼ ਹੈਗੀ ਹੈ ਕਿ ਵੀ ਜਿਹੜੇ ਸਕੂਲਸ ਹੈਗੇ ਆ ਉਹਨਾਂ ਦੀ ਐਫੀਲੀਏਸ਼ਨਸ, ਉਹਨਾਂ ਦੀ ਫੰਕਸ਼ਨਿੰਗ ਜਿਹੜੀ ਹੈ ਕਿਉਂ ਨਹੀਂ ਰੋਕੀ ਜਾਂਦੀ, ਜਿਹੜੇ ਕਿ ਬੱਚਿਆਂ ਦੀ ਜਾਨਾਂ ਨਾਲ ਖੇਡ ਰਹੇ ਆ। ਇਹ ਤੁਸੀਂ ਬਹੁਤ ਮੇਨ ਪੁਆਇੰਟ ਹਿੱਟ ਕੀਤਾ। ਮੈਂ ਢੋਲ ਸਾਹਿਬ ਕੋਲ ਆਵਾਂਗਾ, ਲੇਕਿਨ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਐਫੀਲੀਏਸ਼ਨ ਅਦਾਰਿਆਂ ਨੂੰ ਸਿੱਧਾ ਹੱਥ ਪਾਇਆ ਜਾਣਾ ਚਾਹੀਦਾ ਹੈ, ਨਹੀਂ ਜਾਣਾ ਚਾਹੀਦਾ, ਇਹ ਇੱਕ ਮੂਟ ਪੁਆਇੰਟ ਹੈਗਾ ਜੋ ਕਿ ਸਾਡੇ ਸਾਹਮਣੇ ਇਸ ਕਿਸਮ ਦੇ ਗੰਭੀਰ ਹਾਦਸਿਆਂ ਤੋਂ ਬਾਅਦ ਤਾਂ ਜ਼ਰੂਰ ਹੋਣਾ ਚਾਹੀਦਾ, ਲੇਕਿਨ ਫਿਰ ਕਿਉਂ ਨਹੀਂ ਹੋ ਪਾ ਰਿਹਾ। ਛੋਟੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ।